सच नानक होसी भी सच तुम चंदन हम इरंड बापुरे संग तुम्हारे बासा नीच रूखते ऊंच पए हैं गंध सुगंध निवासा माधव सतसंगत शरण तुम्हारी हम अवगुण तुम उपकारी तुम मखतूल सफेद सपीयल हम बपरे जस कीरा सतसंगत मिल रही है माधव जैसे मदप मखीरा जाति ओछा पाती ओछा ओछा जन्म हमारा राजा राम की सेवना कीनी कह रविदास चमारा अम्य दृष्ट शुभ कर हर अग पाप सकल मल काम क्रोध हर लोभ मोह वस कर सब बल सदा सुख मन वसै दुख संसार खोवै गुरु नव निध दरियाओ जन्म हम कालख तोवै सुकहु टल गुर सेवियै अहनिस सहज सुबाए दर्शन परस गुरु का जन्म मरण दुख जाए दर्शन परस गुरु का जन्म मरण दुख जाए। सतनाम श्री वाहिगुरु साहिब जी। साचा साहिब साच नाए भाख्या भाओ अपार आखहे मंगहे देह देह दात करे दातार फेर कै अग्गै रखिए जित दिसै दरबार मोहाओ के बोलन बोलिए जित सोने धरे प्यार ਅੰਮ੍ਰਿਤ ਵੇਲਾ ਸਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਾਚਾ ਸਾਹਿਬ ਸਾਚ ਨਾਏ। वाहिगुरु जी का खालसा वाहिगुरु जी की फतेह। सच्चे पातशाह दीन दयाल सतगुरु
ਜਗ ਦੀ ਜੋਤ, ਪਾਪਾਂ ਦੇ ਵਿਨਾਸ਼ਕ, ਅੰਮ੍ਰਿਤ ਕੇ ਦਾਤੇ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਸਤਿਗੁਰੂ ਜੀ ਦੀ ਮਿਹਰ ਸਦਕਾ ਅੰਮ੍ਰਿਤ ਵੇਲੇ ਦੇ ਪਵਿੱਤਰ ਦੀਵਾਨ ਦੀ ਹਾਜ਼ਰੀ ਆਪਾਂ ਨੂੰ ਪ੍ਰਾਪਤ ਹੋਈ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਮਹਾਰਾਜ ਜੀ ਦੇ ਪਵਿੱਤਰ ਉਪਦੇਸ਼ ਦੀ ਅੰਮ੍ਰਿਤ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਹਜੂਰ ਸਿੱਧਾਂ ਦੇ ਕੀਤੇ ਹੋਏ ਪ੍ਰਸ਼ਨਾਂ ਦੇ ਮਹਾਰਾਜ ਜੀ ਨੇ ਸੁਮੇਰ ਪਰਬਤ ਦੇ ਉੱਪਰ ਜਿਵੇਂ ਉੱਤਰ ਦਿੱਤੇ ਹਨ, ਸਤਿਗੁਰਾਂ ਜੀ ਨੇ ਤੀਸਰੀ ਪੌੜੀ ਦੇ ਅੰਦਰ ਜਦੋਂ ਸਿੱਧਾਂ ਨੇ ਪੁੱਛਿਆ, ਮਹਾਰਾਜ ਪਰਮੇਸ਼ਰ ਦੇ ਬਲ ਨੂੰ ਕਥਨ ਕਰੋ, ਉਹਦਾ ਬਲ ਕਿੰਨਾ ਕੁ ਹੈ, ਤਾਂ ਦੱਸੋ ਕਿ ਕੌਣ ਉਸ ਦੇ ਬਲ ਨੂੰ ਗਾ ਸਕਦਾ ਹੈ, ਕਹਿ ਸਕਦਾ ਹੈ। ਮਹਾਰਾਜ ਜੀ ਨੇ ਕਿਹਾ, ਭਈ ਸਿੱਧੋ, ਉਸ ਪਰਮੇਸ਼ਰ ਦੇ ਬਲ ਨੂੰ ਓਨਾ ਕੀ ਕੋਈ ਗਾ ਸਕਦਾ ਹੈ ਜਿੰਨਾ ਕੁ ਪਰਮੇਸ਼ਰ ਉਸ ਨੂੰ ਗਾਉਣ ਦਾ ਬਲ ਦਿੰਦਾ ਹੈ। ਪਰਮੇਸ਼ਰ ਦਾ ਸਮਗਰ ਬਲ ਕਥਨ ਨਹੀਂ ਕੀਤਾ ਜਾ ਸਕਦਾ। ਗਾਵੇ ਕੋ ਤਾਣ, ਹੋਵੇ ਕਿਸੇ ਤਾਣ। ਉਸ ਦੇ ਕੋਈ ਬਲ ਨੂੰ ਗਾਉਂਦਾ ਹੈ, ਪਰ ਜਿੰਨਾ ਕੁ ਪਰਮੇਸ਼ਰ ਨੇ ਉਸ ਨੂੰ ਗਾਉਣ ਦਾ ਬਲ ਦਿੱਤਾ ਹੈ, ਉਹਨਾਂ ਕੀ ਹੀ ਉਹ ਪਰਮੇਸ਼ਰ ਦੇ ਬਲ ਨੂੰ ਕਥਨ ਕਰਦਾ ਹੈ। ਕੌਣ ਕੌਣ ਗਾਉਂਦਾ ਹੈ? ਮਹਾਰਾਜ ਨੇ ਕਿਹਾ ਵੀ ਕੋਈ ਤਾਂ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਚੇਤੇ ਕਰਕੇ ਗਾਉਂਦਾ ਏ, ਕੋਈ ਪਰਮੇਸ਼ਰ ਨੂੰ ਦੂਰ ਸਮਝ ਕੇ ਗਾਉਂਦਾ ਏ, ਕੋਈ ਨੇੜੇ ਸਮਝ ਕੇ ਨੇੜੇ ਤੋਂ ਨੇੜੇ ਵੇਖ ਕਰਕੇ ਬ੍ਰਹਮ ਗਿਆਨੀ ਗਾਉਂਦੇ ਨੇ। ਫਿਰ ਵੀ ਪਰਮੇਸ਼ਰ ਦਾ ਕਥਨ ਕਰਨ ਨਾਲ ਕੋਈ ਉਹਦੇ ਜਸ ਦਾ ਟੋਟਾ ਨਹੀਂ ਆਉਂਦਾ ਹੈ। ਮਹਾਰਾਜ ਕਿਸੇ ਨੇ ਕਥਨ ਨਹੀਂ ਕੀਤਾ ਹੋਣਾ। ਸਤਿਗੁਰੂ ਜੀ ਕਹਿੰਦੇ ਨਹੀਂ, ਕਥਨ ਕਰਨ ਵਾਲੇ ਥੱਕ ਪੈਂਦੇ ਐ, ਪਰ ਪਰਮੇਸ਼ਰ ਦਾ ਜਸ ਨਹੀਂ ਕੋਈ ਕਥਨ ਕਰ ਸਕਦਾ ਸਮਗਰ ਤੌਰ ਤੇ। ਕਰੋੜਾਂ ਹੀ ਪਹਿਲਾਂ ਮਹਾਰਾਜ ਕਹਿੰਦੇ ਕਥਨ ਕਰਦੇ ਰਹੇ ਐ, ਕਰੋੜਾਂ ਹੁਣ ਕਰੀ ਜਾਂਦੇ, ਕਰੋੜਾਂ ਆਉਣ ਵਾਲੇ ਸਮੇਂ 'ਚ ਵੀ ਕਰਨਗੇ, ਪਰ ਪਰਮੇਸ਼ਰ ਦੇ ਜਸ ਦਾ ਟੋਟਾ ਨਹੀਂ ਪੈਂਦਾ। ਵਾਹਿਗੁਰੂ ਦਾਤਾਂ ਦੇ ਦੇਣ ਵਾਲਾ, ਸਦਾ ਦਾਤਾਂ ਦਾ ਦੇਣ ਵਾਲਾ ਹੋ ਕਰਕੇ, ਬਖਸ਼ਿੰਦ ਦਾਤੇ ਹੋ ਕਰਕੇ ਵਾਹਿਗੁਰੂ ਜੀ ਦੇਈ ਜਾਂਦੇ ਆ, ਤੇ ਲੈਣ ਵਾਲੀਆਂ ਦੇਹਾਂ ਮੁੱਕ ਜਾਂਦੀਆਂ, ਪਰ ਦੇਣ ਵਾਲੇ ਵਾਹਿਗੁਰੂ ਜੀ ਨਹੀਂ ਥੱਕਦੇ। ਜੁਗਾਂ ਜੁਗਾਂ ਦੇ ਅੰਦਰ ਜੀਵ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਖਾਂਦੇ ਆ, ਭੋਗਦੇ ਆ। ਸਤਿਗੁਰੂ ਜੀ ਕਹਿੰਦੇ ਨੇ ਉਹ ਹੁਕਮੀ ਪਰਮੇਸ਼ਰ ਆਪਣੇ ਹੁਕਮ ਦੇ ਰਾਹ ਤੇ ਜੀਆਂ ਨੂੰ ਤੋਰਦਾ ਹੈ, ਆਗਿਆ ਵਿੱਚ ਚਲਾਉਂਦਾ ਹੈ, ਤੇ ਆਪਣੀ ਸਾਜੀ ਹੋਈ ਸ੍ਰਿਸ਼ਟੀ ਨੂੰ ਵੇਖ ਕਰਕੇ, ਸਾਜ ਕਰਕੇ ਬੇਪਰਵਾਹ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਇਹ ਸਤਿਗੁਰਾਂ ਜੀ ਨੇ ਜਦੋਂ ਤੀਸਰੀ ਪੌੜੀ ਵਿੱਚ ਸਿੱਖਿਆ ਬਖਸ਼ਿਸ਼ ਕੀਤੀ, ਤਾਂ ਸਿੱਧਾਂ ਨੇ ਮਹਾਰਾਜ ਨੂੰ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਪਰਮੇਸ਼ਰ ਕੋਈ ਰਾਜਾ ਹੈ ਜਿਸ ਕਰਕੇ ਕਿ ਮਹਾਰਾਜ ਜਿਹਦਾ ਤੁਸੀਂ ਕਥਨ ਕਰ ਰਹੇ ਹੋ ਭਈ ਉਹਦਾ ਹੁਕਮ ਚੱਲਦਾ ਹੈ, ਤੇ ਉਹ ਬੇਪਰਵਾਹ ਬਾਦਸ਼ਾਹ ਹੈ, ਤੇ ਮਹਾਰਾਜ ਜੇ ਕੋਈ ਪਰਮੇਸ਼ਰ ਰਾਜਾ ਤੇ ਉਹ ਕੈਸਾ ਰਾਜਾ ਹੈ, ਆਪ ਕਿਰਪਾ ਕਰਕੇ ਦੱਸੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਹਜੂਰ ਚੌਥੀ ਪੌੜੀ ਸਤਿਗੁਰੂ ਜੀ ਉਚਾਰਨ ਕਰਦੇ ਹੋਏ ਬਖਸ਼ਿਸ਼ ਕਰਦੇ ਹੈ,
ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਚਾ ਸਾਹਿਬ ਸਾਚ ਨਾਏ। ਸਤਿਗੁਰੂ ਜੀ ਮਹਾਰਾਜ ਫਰਮਾਉਂਦੇ ਅਸਦੋ ਉਹ ਸਾਹਿਬ ਮਾਲਕ ਸੱਚਾ ਹੈ, ਤਿੰਨਾਂ ਕਾਲਾਂ ਵਿੱਚ ਰਹਿਣ ਵਾਲਾ ਹੈ। ਜਿਵੇਂ ਮਹਾਰਾਜ ਜੀ ਨੇ ਮੂਲ ਮੰਤਰ ਮੁੱਢ ਵਿੱਚ ਕਿਹਾ, ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਾਚਾ ਸਾਹਿਬ ਉਹ ਸੱਚਾ ਸਾਹਿਬ ਮਾਲਕ ਹੈ ਤੇ ਉਹਦਾ ਜਿਹੜਾ ਨਾਮ ਹੈ ਮਹਾਰਾਜ ਕਹਿੰਦੇ ਉਹ ਵੀ ਤਿੰਨਾਂ ਕਾਲਾਂ ਵਿੱਚ ਸੱਤ ਰਹਿਣ ਵਾਲਾ ਹੈ। ਉਹਦਾ ਨਾਮ ਵੀ ਸਦਾ ਵਾਸਤੇ ਪ੍ਰਸਿੱਧ ਹੈ। ਜਿਵੇਂ ਦੁਨੀਆ ਦੇ ਬਾਦਸ਼ਾਹ ਵੀ ਆਪਣੇ ਆਪ ਨੂੰ ਸੱਚੇ ਮਾਲਕ ਸਾਹਿਬ ਅਖਵਾਉਣ ਲੱਗ ਜਾਂਦੇ ਹੈ। ਆਗਰੇ ਦਾ ਹੀ ਇਹ ਬਚਨ ਹੈ, ਜਦੋਂ ਕਾਹੀ ਸਿੱਖ ਘਾਹ ਖੋਤ ਕਰਕੇ ਤੇ ਗੁਜ਼ਾਰਾ ਕਰਦਾ ਸੀ, ਬੜੀ ਗਰੀਬੀ ਸੀ। ਉਸ ਨੂੰ ਪਤਾ ਲੱਗਿਆ ਕਿ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਰੇ ਆਏ ਹੈ ਸਤਿਗੁਰੂ ਜੀ, ਤੇ ਉਹ ਮਹਾਰਾਜ ਦੇ ਦਰਸ਼ਨਾਂ ਦੀ ਲਾਲਸਾ ਲੈ ਕਰਕੇ ਉਹਨੇ ਪਹਿਲਾਂ ਘਾਹ ਖੋਤਿਆ, ਫਿਰ ਉਹ ਚੰਗੀ ਘਾਹ ਦੀ ਪੰਡ ਬਣਾ ਕਰਕੇ ਬਾਜ਼ਾਰ ਵਿੱਚ ਵੇਚੀ। ਉਹਦਾ 1 ਟਕਾ ਪ੍ਰਾਪਤ ਹੋਇਆ ਤੇ ਉਹ ਟਕਾ ਲੈ ਕਰਕੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤੁਰ ਪਿਆ। ਤੇ ਸਿੱਖ ਨੇ ਅੱਗੇ ਕਦੇ ਮਹਾਰਾਜ ਦਾ ਦਰਸ਼ਨ ਨਹੀਂ ਸੀ ਵੇਖਿਆ। ਉਹਨੇ ਜਹਾਂਗੀਰ ਦੇ ਸਿਪਾਹੀਆਂ ਨੂੰ ਪੁੱਛਿਆ ਵੀ ਮੈਂ ਸੱਚੇ ਸਾਹਿਬ ਦਾ ਦਰਸ਼ਨ ਕਰਨਾ, ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨਾ। ਤੇ ਉਸਦੇ ਸਿਪਾਹੀਆਂ ਨੇ ਸੋਚਿਆ ਵੀ ਇਸ ਸਮੇਂ ਦੇ ਅੰਦਰ ਚੱਕਰਵਰਤੀ ਬਾਦਸ਼ਾਹ ਦਾ ਜਹਾਂਗੀਰ ਹੈ, ਇਹਦੇ ਤੋਂ ਵੱਡਾ ਸੱਚਾ ਪਾਤਸ਼ਾਹ ਹੋਰ ਕੌਣ ਹੋ ਸਕਦਾ। ਉਹਨਾਂ ਨੇ ਜਹਾਂਗੀਰ ਦੇ ਤੰਬੂ ਵੱਲ ਇਸ਼ਾਰਾ ਕਰ ਦਿੱਤਾ। ਮਹਾਰਾਜ ਦਾ ਸਿੱਖ ਜਹਾਂਗੀਰ ਦੇ ਤੰਬੂ ਵਿੱਚ ਚਲਿਆ ਗਿਆ ਤੇ ਜਦੋਂ ਅੰਦਰ ਵੜਿਆ, ਜਹਾਂਗੀਰ ਦੇ ਹੁਣ ਬਾਦਸ਼ਾਹੀ ਲਿਬਾਸ ਪਹਿਨਿਆ ਹੋਇਆ ਸੀ। ਸਿੱਖ ਨੇ ਕਦੇ ਮਹਾਰਾਜ ਦਾ ਦਰਸ਼ਨ ਪਹਿਲਾਂ ਨਹੀਂ ਸੀ ਵੇਖਿਆ। ਉਸ ਨੂੰ ਸੱਚਾ ਪਾਤਸ਼ਾਹ ਜਾਣ ਕਰਕੇ ਸਿੱਖ ਨੇ ਟਕਾ ਅੱਗੇ ਰੱਖ ਕਰਕੇ ਮੱਥਾ ਟੇਕਿਆ ਤੇ ਹੱਥ ਜੋੜ ਕਰਕੇ ਬੇਨਤੀ ਕਰਨ ਲੱਗਾ, ਹੈ ਸੱਚੇ ਪਾਤਸ਼ਾਹ, ਮੇਰੀ ਜ਼ਿੰਦਗੀ ਤਾਂ ਹੁਣ ਜਿਵੇਂ ਵੀ ਕਿਵੇਂ ਲੰਘ ਗਈ ਹੈ, ਮਹਾਰਾਜ ਪ੍ਰਲੋਕ ਵਿੱਚ ਰੱਖਿਆ ਕਰਿਓ, ਜਮਾਂ ਦੀ ਮਾਰ ਤੋਂ ਬਚਾਇਓ। ਜਹਾਂਗੀਰ ਕਹਿਣ ਲੱਗਾ, ਬਈ ਤੈਨੂੰ ਕੋਈ ਜਗੀਰ ਚਾਹੀਦੀ ਹੈ ਜਾਂ ਕੋਈ ਰੁਤਬਾ ਚਾਹੀਦਾ ਹੈ, ਕਿਤੋਂ ਦਾ ਨਵਾਬ ਬਣਾ ਦਿਆਂ। ਇਹ ਕਹਿਣ ਲੱਗਾ ਵੀ ਤੁਸੀਂ ਕੌਣ ਹੋ। ਕਹਿਣ ਲੱਗਾ ਬਈ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਹਾਂ। ਸਿੱਖ ਨੇ ਬੜੀ ਨਿਰਭੈਤਾ ਦੇ ਨਾਲ ਅੱਗੋਂ ਟਕਾ ਚੁੱਕ ਲਿਆ, ਕਿਉਂਕਿ ਸਿੱਖ ਦੀ ਜਿੱਥੇ ਸ਼ਰਧਾ ਹੈ ਕਿ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਮੈਂ ਭੇਟ ਕਰਨਾ ਤੇ ਨਿਡਰ ਹੋ ਕਰਕੇ ਟਕਾ ਅੱਗੋਂ ਚੱਕ ਕੇ ਤੇ ਤੁਰ ਪਿਆ। ਜਹਾਂਗੀਰ ਨੂੰ ਵੀ ਪਤਾ ਲੱਗ ਗਿਆ ਵੀ ਮਹਾਰਾਜ ਦੇ ਭੁਲੇਖੇ ਆ ਗਿਆ ਮੇਰੇ ਕੋਲ। ਤੇ ਫਿਰ ਜਹਾਂਗੀਰ ਬਾਦਸ਼ਾਹ ਪਿੱਛੇ ਪਿੱਛੇ ਤੁਰ ਪਿਆ ਵੇਖਣ ਨੂੰ ਵੀ ਮਹਾਰਾਜ ਨੂੰ ਜਦੋਂ ਇਹ ਮੱਥਾ ਟੇਕ ਕੇ ਦਾਤ ਮੰਗੇਗਾ ਤੇ ਭਲਾ ਗੁਰੂ ਸਾਹਿਬ ਕੀ ਕਹਿੰਦੇ ਆ ਵੀ ਵੇਖਾਂ। ਇਹ ਸਿੱਖ ਫਿਰ ਪਤਾ ਪੁੱਛ ਕੇ ਜਦੋਂ ਗੁਰੂ ਸਾਹਿਬ ਦੇ ਆਰਾਮ ਵਾਲੇ ਅਸਥਾਨ ਤੇ ਆਇਆ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਹਜ਼ੂਰ ਤਖਤ ਤੇ ਸਜੇ ਹੋਏ ਕੁਝ ਸਿੱਖ ਸੰਗਤਾਂ ਬੈਠੀਆਂ ਨੇ। ਮਹਾਰਾਜ ਜੀ ਦੇ ਸਾਹਮਣੇ ਜਦੋਂ ਸਿੱਖ ਆਇਆ, ਹਜ਼ੂਰ ਦੇ ਚਰਨਾਂ ਵਿੱਚ ਇਸਨੇ ਟਕਾ ਰੱਖ ਕਰਕੇ ਜਦੋਂ ਮੱਥਾ ਟੇਕਿਆ, ਮਹਾਰਾਜ ਦੇ ਦਰਸ਼ਨ ਵੇਖ ਕਰਕੇ ਮਨ ਨੂੰ ਠੰਡ ਪੈ ਗਈ। ਹਜ਼ੂਰ ਦੇ ਇੰਨੇ ਰਸੀਲੇ ਨੇਤਰ, ਦਾਗਦਾ ਹੋਇਆ ਨੂਰੋ ਨੂਰ ਮਹਾਰਾਜ ਜੀ ਦਾ ਚਿਹਰਾ, ਇਹ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਹੀ ਐਸਾ ਹੈ ਕਿ ਜਿਸ ਦਰਸ਼ਨ ਨੂੰ ਵੇਖ ਕਰਕੇ ਕੁਝ ਹੋਰ ਵੇਖਣ ਦੀ ਚਾਹ ਹੀ ਨਹੀਂ ਰਹਿ ਜਾਂਦੀ, ਇੱਛਾ ਹੀ ਨਹੀਂ ਰਹਿ ਜਾਂਦੀ।
ਮਨ ਦੇ ਅੰਦਰ ਸ਼ਾਂਤੀ ਵਰਤ ਗਈ। ਗੁਰੂ ਸਾਹਿਬ ਜੀ ਨੇ ਪੁੱਛਿਆ, ਭਾਈ ਸਿੱਖਾ ਕੀ ਹੈ ਇੱਛਾ ਤੇਰੀ? ਸਤਿਗੁਰੂ ਗਰੀਬ ਨਵਾਜ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਮਾਫ ਕਰ ਦਿਓ, ਮੈਂ ਦੁਨਿਆਵੀ ਬਾਦਸ਼ਾਹ ਦੇ ਅੱਗੇ ਆਪਣਾ ਸਿਰ ਝੁਕਾ ਦਿੱਤਾ। ਸੱਚੇ ਪਾਤਸ਼ਾਹ ਆਪ ਜੀ ਦਾ ਸਰੂਪ ਜਾਣ ਕਰਕੇ ਮੈਨੂੰ ਮਾਫ ਕਰ ਦਿਓ। ਸਤਿਗੁਰੂ ਜੀ ਕਹਿੰਦੇ, ਤੇਰੀ ਭਾਵਨਾ ਕੀ ਹੈ? ਮਹਾਰਾਜ ਮੇਰੀ ਜ਼ਿੰਦਗੀ ਲੰਘ ਗਈ ਹੈ, ਹੁਣ ਆਖਰੀ ਪੜਾਅ ਹੀ ਹੈ ਜ਼ਿੰਦਗੀ ਦਾ। ਸਤਿਗੁਰੂ ਮੈਨੂੰ ਇਸ ਲੋਕ ਦਾ ਕੋਈ ਵੀ ਪਦਾਰਥ ਨਹੀਂ ਚਾਹੀਦਾ, ਮੈਨੂੰ ਪਰਲੋਕ ਵਿੱਚ ਜਮਾਂ ਦੀ ਮਾਰ ਤੋਂ ਬਚਾ ਲਿਓ। ਸਤਿਗੁਰੂ ਗਰੀਬ ਨਵਾਜ ਇੰਨੇ ਪ੍ਰਸੰਨ ਹੋਏ, ਸਿੱਖ ਦੀ ਭਾਵਨਾ ਤੇ ਸ਼ਰਧਾ ਵੇਖ ਕਰਕੇ ਮਹਾਰਾਜ ਕਹਿੰਦੇ, ਭਾਈ ਸਿੱਖਾ ਨਿਹਾਲ ਹੋਇਓ, ਇਸ ਲੋਕ ਦਾ ਵੀ ਸੁਖ ਬਖਸ਼ਿਆ ਤੇ ਪਰਲੋਕ ਦਾ ਵੀ ਸੁਖ ਬਖਸ਼ਿਆ, ਜਮ ਦਾ ਮੂੰਹ ਨਹੀਂ ਵੇਖੇਗਾ। ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਜਦੋਂ ਵਰਦਾਨ ਦਿੱਤਾ, ਬਾਦਸ਼ਾਹ ਜਹਾਂਗੀਰ ਅੰਦਰ ਆ ਕਰਕੇ ਸਤਿਗੁਰਾਂ ਜੀ ਨੂੰ ਪਹਿਲਾਂ ਤਾਂ ਨਮਸਕਾਰ ਕੀਤੀ, ਫਿਰ ਕਹਿੰਦਾ, ਮਹਾਰਾਜ ਆਪ ਨੇ ਪਰਲੋਕ ਦੇ ਸੁੱਖ ਇੰਨੇ ਸਸਤੇ ਲਾ ਦਿੱਤੇ ਵੀ ਇੱਕ ਟਕੇ ਦੇ ਬਦਲੇ ਹੀ ਸਭ ਕੁਝ ਦੇ ਦਿੱਤਾ ਜੇ। ਮਹਾਰਾਜ ਕਹਿੰਦੇ, ਬਾਦਸ਼ਾਹ ਜਹਾਂਗੀਰ ਇਸ ਟਕੇ ਦੇ ਬਦਲੇ ਤੇਰੀ ਸਾਰੀ ਬਾਦਸ਼ਾਹਤ ਵੀ ਨਹੀਂ ਤੁਲ ਸਕਦੀ। ਤੂੰ ਸਿੱਖ ਨੂੰ ਜਗੀਰਾਂ ਭੇਟ ਕਰ ਰਿਹਾ ਸੈਂ, ਨਵਾਬੀ ਦੇ ਰਿਹਾ ਸੈਂ, ਸਿੱਖ ਨੇ ਕੁਝ ਵੀ ਪ੍ਰਵਾਨ ਨਹੀਂ ਕੀਤਾ। ਇਸ ਕਰਕੇ ਤੇਰੀਆਂ ਨਵਾਬੀਆਂ, ਤੇਰੀਆਂ ਜਗੀਰਾਂ ਇਸ ਟਕੇ ਦੇ ਬਰਾਬਰ ਨਹੀਂ ਤੁਲ ਸਕਦੀਆਂ। ਇਹ 10 ਨੌਹਾਂ ਦੀ ਕਿਰਤ ਦੀ ਕਮਾਈ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਨੂੰ ਉਹ ਬਖਸ਼ਿਸ਼ ਕੀਤੀ ਜਿਹੜੀ ਦੁਨਿਆਵੀ ਬਾਦਸ਼ਾਹ ਨਹੀਂ ਦੇ ਸਕਦੇ। ਇਸ ਕਰਕੇ ਮਹਾਰਾਜ ਜੀ ਨੇ ਸਿੱਧਾ ਨੂੰ ਕਿਹਾ ਵੀ ਉਹ ਸੱਚਾ ਸਾਹਿਬ ਹੈ, ਉਹ ਸੱਚਾ ਪਾਤਸ਼ਾਹ ਹੈ, ਉਹ ਰਾਜਿਆਂ ਦਾ ਰਾਜਾ ਹੈ, ਸਭ ਤੋਂ ਵੱਡਾ ਹੈ। ਤੇ ਉਹਦਾ ਜਿਹੜਾ ਨਾਮ ਹੈ, ਮਹਾਰਾਜ ਕਹਿੰਦੇ ਨੇ ਕਿ ਰਾਜਾ ਮਰ ਜਾਂਦਾ ਤੇ ਨਾਲ ਹੀ ਉਹਦਾ ਨਾਮ ਵੀ ਖਤਮ ਹੋ ਜਾਂਦਾ ਹੈ, ਅੱਗੋਂ ਫਿਰ ਹੋਰ ਰਾਜਾ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਐਸਾ ਨਹੀਂ, ਉਹਦਾ ਨਾਮ ਸਦਾ ਸਦਾ ਲਈ ਰਹਿਣ ਵਾਲਾ ਹੈ ਤੇ ਸੱਚ ਸਰੂਪ ਹੈ। ਉਸ ਦਾ ਨਾਮ ਤਿੰਨਾਂ ਕਾਲਾਂ ਵਿੱਚ ਸਤ ਹੈ। ਭਾਖਿਆ ਭਾਉ ਅਪਾਰ। ਫਿਰ ਸਿੱਧ ਕਹਿੰਦੇ, ਮਹਾਰਾਜ ਜੇ ਤੁਸੀਂ ਕਹਿੰਦੇ ਹੋ ਕਿ ਪਰਮੇਸ਼ਰ ਇੱਕ ਰਾਜੇ ਦੀ ਤਰ੍ਹਾਂ ਹੈ, ਤੇ ਫਿਰ ਰਾਜਿਆਂ ਦੀ ਦੇਸ਼ ਦੀ ਤਾਂ ਬੋਲੀ ਹੁੰਦੀ। ਮਹਾਰਾਜ ਪਰਮੇਸ਼ਰ ਦੇ ਦੇਸ਼ ਦੀ ਜਿਹੜੀ ਬੋਲੀ ਹੈ ਉਹ ਕਿਹੜੀ ਹੈ? ਮਹਾਰਾਜ ਕਹਿੰਦੇ, ਭਾਖਿਆ ਜਿਹੜੀ ਭਾਸ਼ਾ ਹੈ ਨਾ ਪਰਮੇਸ਼ਰ ਦੇ ਦੇਸ਼ ਦੀ, ਉਹ ਪਾਰਾਵਾਰ ਤੋਂ ਰਹਿਤ ਹੈ, ਪ੍ਰੇਮ ਵਾਲੀ ਭਾਸ਼ਾ ਹੈ। ਤੇ ਪ੍ਰੇਮ ਦੀ ਭਾਸ਼ਾ ਜਿਹੜੀ ਹੈ ਉਹ ਫਿਰ ਸਭ ਥਾਵਾਂ ਤੇ ਹੀ ਚੱਲਦੀ ਹੈ। ਪਰਮੇਸ਼ਰ ਸਰਬਦੇਸ਼ੀ ਜੋ ਹੋਇਆ, ਸਭ ਥਾਵਾਂ ਤੇ ਪਰਮੇਸ਼ਰ ਦਾ ਰਾਜ ਕਾਇਮ ਹੈ, ਚੱਲਦਾ ਹੈ। ਤੇ ਇਸ ਕਰਕੇ ਫਿਰ ਉਹਦੀ ਜਿਹੜੀ ਦੇਸ਼ ਦੀ ਭਾਸ਼ਾ ਹੈ ਨਾ, ਮਹਾਰਾਜ ਕਹਿੰਦੇ ਉਹ ਭਾਵ ਪ੍ਰੇਮ ਵਾਲੀ ਭਾਸ਼ਾ ਹੈ। ਤੇ ਪ੍ਰੇਮ ਦੀ ਭਾਸ਼ਾ ਜਿਹੜੀ ਹੈ ਉਹ ਫਿਰ ਸਭ ਦੇ ਤਾਈਂ ਹੀ ਸਮਝ ਪੈ ਜਾਂਦੀ ਹੈ। ਪ੍ਰੇਮ ਦੇ ਨਾਲ ਪਰਮੇਸ਼ਰ ਦਾ ਕੋਈ ਨਾਮ ਜਪਦਾ ਨਾ, ਤੇ ਚਾਹੇ ਉਹ ਕਿਸੇ ਢੰਗ ਦੇ ਨਾਲ ਜਪਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਨੂੰ ਸਾਖਿਆਤ ਹੋ ਜਾਂਦੇ, ਪ੍ਰਾਪਤ ਹੋ ਜਾਂਦੇ, ਕਿਉਂਕਿ ਪ੍ਰੇਮ ਦੇ ਮਹਾਰਾਜ ਵਸੀਕਾਰ ਹਨ। ਇਸ ਕਰਕੇ ਜਿਹੜੀ ਪਰਮੇਸ਼ਰ ਦੇ ਦੇਸ਼ ਦੀ ਭਾਸ਼ਾ ਹੈ, ਮਹਾਰਾਜ ਕਹਿੰਦੇ ਉਹ ਪ੍ਰੇਮ ਦੀ ਭਾਸ਼ਾ ਹੈ। ਫਿਰ ਭਾਖਿਆ ਭਾਉ ਅਪਾਰ, ਜਿਹੜੀਆਂ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਦੇਸ਼ ਦੀ ਭਾਸ਼ਾ ਹੈ ਨਾ, ਇਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਨੇ, ਮਹਾਰਾਜ ਕਹਿੰਦੇ ਭਈ ਇਹਨਾਂ ਭਾਸ਼ਾਵਾਂ ਵਿੱਚੋਂ ਜਿਹੜੀ ਪ੍ਰੇਮ ਦੀ ਭਾਸ਼ਾ, ਜਿਹਦਾ ਕੋਈ ਪਾਰਾਵਾਰ ਅੰਤ ਨਹੀਂ ਪਾਇਆ ਜਾ ਸਕਦਾ, ਇਹ ਸਾਰੀਆਂ ਹੀ ਬੋਲੀਆਂ ਵਿੱਚੋਂ ਪ੍ਰੇਮ ਦੀ ਬੋਲੀ ਜਿਹੜੀ ਹੈ ਨਾ, ਉਹ ਪਰਮੇਸ਼ਰ ਦੇ ਦੇਸ਼ ਦੀ ਬੋਲੀ ਹੈ। ਜਦੋਂ ਪ੍ਰੇਮ ਦੇ ਵਿੱਚ ਆ ਕਰਕੇ ਕੋਈ ਮਹਾਰਾਜ ਨੂੰ ਯਾਦ ਕਰਦਾ ਹੈ, ਚਾਹੇ ਕਿਸੇ ਨਾਮ ਨਾਲ ਯਾਦ ਕਰਦਾ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦੇ ਤਾਈਂ ਸਾਖਿਆਤ ਹੋ ਜਾਂਦੇ ਹੈ। ਇਉਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਕਿ ਪਰਮੇਸ਼ਰ ਦੇ ਦੇਸ਼ ਦੀ ਜਿਹੜੀ ਭਾਖਿਆ ਭਾਸ਼ਾ ਹੈ ਉਹ ਪ੍ਰੇਮ ਵਾਲੀ ਹੈ।
ਫਿਰ ਮਹਾਰਾਜ ਕਹਿੰਦੇ ਵੀ ਉਹਦੇ ਨਾਮ ਨੂੰ ਜਿਹੜਾ ਭਾਖਣਾ ਉਚਾਰਨਾ ਹੈ ਨਾ, ਇਹ ਪ੍ਰੇਮ ਦੇ ਸਹਿਤ ਜਦੋਂ ਉਚਾਰਨ ਕਰੀਏ ਫਿਰ ਸੋਝੀ ਪੈਂਦੀ ਹੈ ਕਿ ਉਹ ਅਪਾਰ ਹੈ ਪਰਮੇਸ਼ਰ, ਉਸ ਦਾ ਪਾਰਾਵਾਰ ਨਹੀਂ ਕੋਈ ਪਾਇਆ ਜਾ ਸਕਦਾ। ਆਖਹਿ ਮੰਗਹਿ ਦੇਹ ਦੇਹ। ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਜਿਹੜਾ ਰਾਜਾ ਉਹਦੇ ਕੋਲੋਂ ਤੇ ਪ੍ਰਜਾ ਜਿਹੜੀ ਹੈ ਉਹ ਮੰਗਦੀ ਹੁੰਦੀ ਹੈ, ਤੇ ਪ੍ਰਜਾ ਦੀਆਂ ਜਿਹੜੀਆਂ ਹਨ ਉਹ ਮੁਸ਼ਕਲਾਂ ਨੂੰ ਰਾਜੇ ਦੂਰ ਕਰਦੇ ਆ, ਤੇ ਮਹਾਰਾਜ ਦੇ ਕੋਲੋਂ ਵੀ ਕੋਈ ਮੰਗਦੇ ਆ। ਸਤਿਗੁਰੂ ਜੀ ਕਹਿੰਦੇ ਹਾਂ ਸਿੱਧੋ, ਆਖਹਿ ਮੰਗਹਿ ਦੇਹ ਦੇਹ। ਵਾਹਿਗੁਰੂ ਜੀ ਦੇ ਕੋਲੋਂ ਆਖ ਆਖ ਕਰਕੇ ਮੰਗਦੇ ਆ, ਕਹਿ ਕਹਿ ਕਰਕੇ ਮੰਗਦੇ ਆ, ਮਹਾਰਾਜ ਸਾਨੂੰ ਦੁੱਧ ਦੇ, ਮਹਾਰਾਜ ਸਾਨੂੰ ਪੁੱਤ ਦੇ, ਸਾਨੂੰ ਪਦਾਰਥ ਦੇ। ਫਿਰ ਕੋਈ ਜਿਹੜੇ ਪਰਮਾਰਥ ਦੇ ਪਾਂਧੀ ਉਹ ਮਹਾਰਾਜ ਕਹਿੰਦੇ ਸਾਨੂੰ ਨਾਮ ਦੀ ਦਾਤ ਦੇ। ਹੇ ਵਾਹਿਗੁਰੂ ਸਾਨੂੰ ਵੈਰਾਗ ਦੀ ਦਾਤ ਦਿਓ, ਸਤ ਸੰਤੋਖ ਦਇਆ ਧਰਮ ਦੀ ਦਾਤ ਮਹਾਰਾਜ ਸਾਨੂੰ ਦਿਓ। ਆਖਹਿ ਮੰਗਹਿ, ਆਖ ਆਖ ਕਰਕੇ ਕਹਿ ਕਹਿ ਕਰਕੇ ਮਹਾਰਾਜ ਦੇ ਕੋਲੋਂ, ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਮੰਗਦੇ ਆ ਕਿ ਮਹਾਰਾਜ ਸਾਨੂੰ ਦੇ ਦੇ, ਕਿਉਂਕਿ ਕਈਆਂ ਨੂੰ ਦੇ ਵੀ ਨਹੀਂ ਨਾ ਪ੍ਰਾਪਤ ਹੁੰਦੀ। ਫਿਰ ਕਹਿੰਦੇ ਮਹਾਰਾਜ ਸਾਨੂੰ ਦੇ, ਭਾਵ ਸਾਨੂੰ ਸਰੀਰ ਦੇ, ਜਿਸ ਕਰਕੇ ਕਿ ਤੇਰਾ ਨਾਮ ਜਪ ਸਕੀਏ। ਦਾਤ ਕਰੇ ਦਾਤਾਰ। ਉਹ ਦਾਤਾਰ ਪਰਮੇਸ਼ਰ ਦਾਤਾ ਹੋ ਕਰਕੇ ਫਿਰ ਮਹਾਰਾਜ ਕਹਿੰਦੇ ਭਾਈ ਦਾਤਾ ਕਰਦਾ ਹੈ। ਵਾਹਿਗੁਰੂ ਜੀ ਤਰੁੱਠ ਕਰਕੇ ਫਿਰ ਆਪਣੇ ਸੇਵਕ ਨੂੰ ਭਗਤਿਆਂ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ। ਜਿਹੜੇ ਭਾਵ ਭਗਤੀ ਦੀ ਦਾਤ ਮੰਗਦੇ ਆ ਉਹਨਾਂ ਨੂੰ ਭਾਵ ਭਗਤੀ ਦੀ ਦਾਤ ਦਿੰਦੇ ਆ ਵਾਹਿਗੁਰੂ ਜੀ। ਜਿਹੜੇ ਪਦਾਰਥ ਸੰਸਾਰ ਦੇ ਮੰਗਦੇ ਆ ਮਹਾਰਾਜ ਉਹਨਾਂ ਨੂੰ ਸੰਸਾਰ ਦੇ ਪਦਾਰਥ ਧਨ ਮਾਲ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ। ਜਦੋਂ ਕੋਈ ਮਨ ਜੋੜ ਕਰਕੇ ਵਾਹਿਗੁਰੂ ਜੀ ਦੇ ਕੋਲੋਂ ਮੰਗਦਾ ਹੈ, ਸਤਿਗੁਰੂ ਜੀ ਕਹਿੰਦੇ ਸਿੱਧੋ ਵਾਹਿਗੁਰੂ ਜੀ ਫਿਰ ਦਾਤਾਰ, ਦਾਤਾਂ ਦੇ ਦੇਣ ਵਾਲੇ ਤਰੁੱਠ ਕਰਕੇ ਦਾਤ ਕਰਦੇ ਆ, ਮਿਹਰ ਕਰਦੇ ਆ। ਜਿਵੇਂ ਸਿੱਧੋ ਤੁਸੀਂ ਵੀ ਮੰਗਦੇ ਹੋ ਤੇ ਸਮਾਧੀਆਂ ਲਾਉਣੀਆਂ ਮੰਗਦੇ ਹੋ, ਇਸ ਤਰ੍ਹਾਂ ਵਾਹਿਗੁਰੂ ਜੀ ਸਭ ਦੇ ਤਾਈਂ ਹੀ ਇਹ ਦਾਤਾਂ ਦੇ ਦੇਣ ਵਾਲੇ ਹੋ ਕਰਕੇ ਦਾਤਾਂ ਦਿੰਦੇ ਹਨ। ਫੇਰ ਕੇ ਅੱਗੇ ਰੱਖੀਐ। ਮਹਾਰਾਜ ਫਿਰ ਤਾਂ ਰਾਜਿਆਂ ਦੇ ਅੱਗੇ ਤਾਂ ਜਿਹੜੇ ਆ ਉਹ ਭੇਟਾ ਵੀ ਰੱਖਦੇ ਹੁੰਦੇ ਆ। ਉਹਨਾਂ ਦੇ ਅਮੀਰ ਵਜ਼ੀਰ ਪ੍ਰਜਾ ਜਿਹੜੀ ਹੈ ਉਹ ਰਾਜੇ ਦੀ ਖੁਸ਼ੀ ਵਾਸਤੇ ਭੇਟ ਕਰਦੇ ਆ ਕੁਛ ਨਾ ਕੁਛ। ਤਾਂ ਮਹਾਰਾਜ ਪਰਮੇਸ਼ਰ ਜੋ ਆਪ ਜੀ ਨੇ ਕਿਹਾ ਵੀ ਸਭ ਤੋਂ ਹੀ ਵੱਡਾ ਪਾਤਸ਼ਾਹ ਹੈ, ਤਾਂ ਮਹਾਰਾਜ ਪਰਮੇਸ਼ਰ ਦੇ ਅੱਗੇ ਕੀ ਭੇਟ ਕਰਨਾ ਚਾਹੀਦਾ? ਫੇਰ ਕੇ ਅੱਗੇ ਰੱਖੀਏ। ਕੀ ਮਹਾਰਾਜ ਵਾਹਿਗੁਰੂ ਜੀ ਦੇ ਅੱਗੇ ਭੇਟ ਕਰੀਏ ਪਰਮੇਸ਼ਰ ਦੇ ਅੱਗੇ? ਚਿਤ ਦਿਸੈ ਦਰਬਾਰ। ਜਿਸ ਕਰਕੇ ਕਿ ਵਾਹਿਗੁਰੂ ਜੀ ਦਾ ਉਹ ਸੱਚਖੰਡ ਦਰਬਾਰ, ਪਰਮੇਸ਼ਰ ਦਾ ਉਹ ਮਹਾਰਾਜ ਜਿਹੜਾ ਇਸ ਪ੍ਰਕਾਰ ਘਰ ਹੈ ਜਿੱਥੇ ਮਹਾਰਾਜ ਜੀ ਦਾ ਦਰਬਾਰ ਲੱਗਦਾ ਹੈ, ਜਿੱਥੇ ਤਖਤ ਦੇ ਉੱਪਰ ਬੈਠਦੇ ਆ ਵਾਹਿਗੁਰੂ ਜੀ ਮਹਾਰਾਜ, ਉਹ ਦਰਬਾਰ ਜਿਹੜਾ ਸੱਚਖੰਡ ਦਰਬਾਰ ਕਿਸ ਤਰੀਕੇ ਨਾਲ ਮਹਾਰਾਜ ਸਾਨੂੰ ਦਿਸ ਪਵੇ। ਮਹਾਰਾਜ ਉਹ ਕਿਰਪਾ ਕਰਕੇ ਦੱਸੋ ਕਿ ਫਿਰ ਉਸ ਪਰਮੇਸ਼ਰ ਦੇ ਅੱਗੇ ਕੀ ਭੇਟ ਕਰਨਾ ਕਰੀਏ ਜਿਸ ਕਰਕੇ ਕਿ ਉਸ ਦਾ ਦਰਬਾਰ ਸਾਨੂੰ ਦਿਸ ਪਵੇ, ਦਰਸ਼ਨ ਹੋਣ। ਮੋਹਾਉ ਕੇ ਬੋਲਣ ਬੋਲੀਐ। ਫਿਰ ਮਹਾਰਾਜ ਰਾਜਿਆਂ ਨੂੰ ਮੁਖ ਤੋਂ ਮਿੱਠੇ ਮਿੱਠੇ ਬੋਲ ਬੋਲ ਕਰਕੇ ਤੇ ਉਹਨਾਂ ਦੇ ਜਸ ਦੇ ਬੋਲ ਬੋਲ ਕਰਕੇ ਜਿਹੜੇ ਅਮੀਰ ਵਜ਼ੀਰ ਆ ਉਹ ਰਿਝਾ ਲੈਂਦੇ ਆ। ਮਹਾਰਾਜ ਵਾਹਿਗੁਰੂ ਜੀ ਦੇ ਅੱਗੇ ਮੋਹਾਉ ਕੇ ਬੋਲਣ ਬੋਲੀਐ। ਮੁਖ ਤੋਂ ਕਿਹੋ ਜਿਹੇ ਬੋਲ ਮਹਾਰਾਜ ਸਾਨੂੰ ਬੋਲਣੇ ਚਾਹੀਦੇ ਹਨ? ਜਿਤ ਸੁਣ ਧਰੇ ਪਿਆਰ। ਜਿਨ੍ਹਾਂ ਬੋਲਾਂ ਨੂੰ ਸੁਣ ਕਰਕੇ ਮਹਾਰਾਜ ਸਾਡੇ ਨਾਲ ਪਿਆਰ ਕਰਨ ਲੱਗ ਜਾਣ। ਰਾਜੇ ਪਿਆਰ ਕਰਦੇ ਨਾ ਫਿਰ ਆਪਣੀ ਪ੍ਰਜਾ ਨਾਲ। ਮਹਾਰਾਜ ਉਹ ਕਿਹੜੇ ਬੋਲ ਨੇ ਜਿਹੜੇ ਆਪਾਂ ਮੁਖ ਤੋਂ ਬੋਲੀਏ ਕਿ ਜਿਸ ਕਰਕੇ ਵਾਹਿਗੁਰੂ ਜੀ ਸਾਡੇ ਨਾਲ ਪਿਆਰ ਕਰਨ,
ਉਹ ਸੱਚਾ ਪਾਤਸ਼ਾਹ ਸਾਡੇ ਨਾਲ ਪਿਆਰ ਕਰਨ ਲੱਗ ਜਾਵੇ। ਅੰਮ੍ਰਿਤ ਵੇਲਾ ਸਚ ਨਾਉ। ਸਤਿਗੁਰੂ ਜੀ ਉੱਤਰ ਦਿੰਦੇ ਆ ਵੀ ਸਿੱਧੋ, ਅੰਮ੍ਰਿਤ ਵੇਲਾ ਸਚ ਨਾਉ। ਜਿਹੜਾ ਅੰਮ੍ਰਿਤ ਵੇਲਾ ਹੈ ਨਾ, ਅੰਮ੍ਰਿਤ ਵੇਲੇ ਦੀ ਵਿਚਾਰ ਤਾਂ ਬਹੁਤ ਵਿਸਥਾਰ ਵਾਲੀ ਹੈ। ਜਿਹੜਾ 4 ਪਹਿਰ ਦਾ ਦਿਨ ਹੈ ਤੇ 4 ਪਹਿਰ ਦੀ ਰਾਤ ਹੈ, ਜਦੋਂ ਰਾਤ ਦੇ 2 ਪਹਿਰ ਬਤੀਤ ਹੋ ਜਾਂਦੇ ਹੈ, 12 ਵਜੇ ਤੋਂ ਬਾਅਦ ਫਿਰ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਹੁੰਦੀ ਹੈ। ਤੇ ਇਸ ਪ੍ਰਕਾਰ ਭਾਈ ਮਨਸੁਖ ਜੀ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਿੱਖ, ਉਹਨਾਂ ਨੇ ਸਿੰਗਲਾ ਦੀਪ ਵਿੱਚ ਰਾਜੇ ਸ਼ਿਵਨਾਭ ਨੂੰ ਅੰਮ੍ਰਿਤ ਵੇਲੇ ਦੀ ਮਹਾਨਤਾ ਦੱਸੀ ਸੀ ਕਿ ਰਾਜਾ, ਜਿਹੜਾ ਪਿਛਲੀ ਰਾਤ ਭਾਵ ਜਿਹੜਾ ਪਿਛਲੀ ਰਾਤ ਦਾ ਪਹਿਲਾ ਪਹਿਰ ਹੁੰਦਾ ਹੈ 12 ਵਜੇ ਤੋਂ ਬਾਅਦ, ਤੇ ਇਸ ਨੂੰ ਜਿਹੜਾ ਹੈ ਉਹ ਤੀਸਰਾ ਪਹਿਰ ਵੀ ਕਹਿੰਦੇ ਹੈ, ਕਿਉਂਕਿ 2 ਪਹਿਰ ਰਾਤ ਦੇ ਬਤੀਤ ਹੋ ਜਾਂਦੇ ਹੈ ਤੇ ਤੀਸਰਾ ਪਹਿਰ ਆਰੰਭ ਹੁੰਦਾ ਹੈ ਜਦੋਂ 3 ਘੰਟਿਆਂ ਦਾ ਇੱਕ ਪਹਿਰ ਮੰਨਿਆ ਜਾਂਦਾ ਹੈ ਨਾ। ਇਸ ਪ੍ਰਕਾਰ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਪਹਿਲੇ ਪਹਿਰ ਉੱਠ ਕਰਕੇ ਜਿਹੜਾ ਇਸ਼ਨਾਨ ਕਰਨਾ ਹੈ, ਤੇ ਭਾਈ ਮਨਸੁਖ ਜੀ ਨੇ ਕਿਹਾ ਸੀ ਰਾਜੇ ਸ਼ਿਵਨਾਭ ਨੂੰ ਕਿ ਹੀਰਿਆਂ ਦੇ ਦਾਨ ਕਰਨ ਦਾ ਫਲ ਲੱਗਦਾ ਹੈ, ਐਡਾ ਵੱਡਾ ਫਲ ਮਿਲਦਾ ਹੈ। ਫਿਰ ਜਿਹੜਾ 4 ਵਜੇ ਤੱਕ ਉੱਠ ਕਰਕੇ ਇਸ਼ਨਾਨ ਕਰਨਾ, ਉਸ ਨੂੰ ਸੋਨੇ ਦੇ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਫਿਰ 4 ਵਜੇ ਤੋਂ ਬਾਅਦ ਜਿਹੜਾ ਇਸ਼ਨਾਨ ਕਰਨਾ, ਉਸ ਨੂੰ ਚਾਂਦੀ ਦੇ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਫਿਰ ਸੂਰਜ ਚੜ੍ਹੇ ਤੋਂ ਪਹਿਲਾਂ ਜਿਹੜਾ ਇਸ਼ਨਾਨ ਕਰਨਾ, ਉਹ ਦੁੱਧ ਦੇ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਸੂਰਜ ਚੜ੍ਹੇ ਇਸ਼ਨਾਨ ਕਰਨਾ ਤਾਂ ਫਿਰ ਦਾਨ ਦਾ ਫਲ ਤਾਂ ਕੋਈ ਨਹੀਂ ਲੱਗਦਾ, ਬਸ ਸਰੀਰ ਦੀ ਸਫਾਈ ਹੀ ਹੁੰਦੀ ਹੈ। ਇਸ ਤਰ੍ਹਾਂ ਇਸ਼ਨਾਨ ਦੇ ਵੀ ਮਹਾਤਮ ਦੱਸੇ ਹੋਏ ਹੈ। ਤੇ ਕਿਹਾ ਬਈ ਅੰਮ੍ਰਿਤ ਵੇਲਾ, ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਉਦੋਂ ਸੱਚੇ ਨਾਮ ਦਾ ਜਿਹੜਾ ਹੈ ਉਹ ਆਪਣੇ ਮੁਖ ਤੋਂ ਉਚਾਰਨ ਕਰਨਾ। ਅੰਮ੍ਰਿਤ ਵੇਲਾ ਸਚ ਨਾਉ, ਸੱਚਾ ਨਾਮ ਆਪਣੇ ਮੁਖ ਤੋਂ ਉਚਾਰਨਾ। ਜਿਵੇਂ ਗੁਰਸਿੱਖਾਂ ਨੂੰ ਸਤਿਗੁਰਾਂ ਜੀ ਨੇ ਆਗਿਆ ਕੀਤੀ ਹੈ ਕਿ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ, 5 ਬਾਣੀਆਂ ਪੜ੍ਹਨੀਆਂ, ਆਸਾ ਜੀ ਕੀ ਵਾਰ ਦਾ ਕੀਰਤਨ ਸਰਵਣ ਕਰਨਾ, ਕਥਾ ਸਰਵਣ ਕਰਨੀ। ਮਹਾਰਾਜ ਨੇ ਕਿਹਾ ਅੰਮ੍ਰਿਤ ਵੇਲਾ, ਜਦੋਂ ਅੰਮ੍ਰਿਤ ਵੇਲਾ ਹੁੰਦਾ ਹਜੂਰ ਦੀ ਆਗਿਆ, ਜਾ ਲਾਗੇ ਉਠ ਨਾਮ ਜਪ, ਨਿਸਬਾ ਸੁਰ ਆਰਾਧ, ਕਾਰਾ ਤੁਝੈ ਨ ਵਿਆਪਈ, ਨਾਨਕ ਮਿਟੈ ਉਪਾਦ। ਮਹਾਰਾਜ ਦੀ ਆਗਿਆ, ਉਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਘਰ ਜਾਤੇ। ਮਹਾਰਾਜ ਕਿਹਾ ਸਿੱਧੋ ਅੰਮ੍ਰਿਤ ਵੇਲਾ ਸਚ ਨਾਉ। ਅੰਮ੍ਰਿਤ ਵੇਲਾ ਜਦੋਂ ਹੁੰਦਾ ਹੈ, ਇਹ ਜ਼ਿੰਦਗੀ ਦਾ ਵੀ ਅੰਮ੍ਰਿਤ ਵੇਲਾ ਜਿਹੜਾ ਹੈ ਨਾ, ਉਹ ਬਚਪਨ ਅੰਮ੍ਰਿਤ ਵੇਲਾ ਮੰਨਿਆ ਹੈ। ਤੇ ਜਿੰਨਾ ਬਚਪਨ ਵਿੱਚ ਜਪ ਤਪ ਭਜਨ ਬੰਦਗੀ ਵੱਲ ਮਨ ਲੱਗ ਸਕਦਾ ਹੈ, ਉਹਨਾਂ ਫਿਰ ਵੱਡਿਆਂ ਹੋ ਕਰਕੇ ਨਹੀਂ ਲੱਗਦਾ। ਫਿਰ ਬਿਰਧ ਅਵਸਥਾ ਨੂੰ ਵੀ ਅੰਮ੍ਰਿਤ ਵੇਲਾ ਮੰਨਿਆ ਜਾਂਦਾ, ਕਿਉਂਕਿ ਬਾਅਦ ਵਿੱਚ ਫਿਰ ਜਿਹੜਾ ਕਾਲ ਰੂਪੀ ਸੂਰਜ ਜੋ ਚੜ੍ਹਨਾ ਹੁੰਦਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਵੀ ਹੁਣ ਨਹੀਂ ਭਜਨ ਕੀਤਾ ਤਾਂ ਫਿਰ ਕਦੋਂ ਕਰਨਾ ਹੈ। ਇਸ ਕਰਕੇ ਜ਼ਿੰਦਗੀ ਦੇ ਵਿੱਚ ਵੀ ਜਦੋਂ ਸਮਝ ਲੱਗ ਜੇ ਉਦੋਂ ਹੀ ਅੰਮ੍ਰਿਤ ਵੇਲਾ ਹੈ। ਜਦੋਂ ਗੁਰੂ ਜੀ ਦਾ ਗਿਆਨ ਪ੍ਰਾਪਤ ਹੁੰਦਾ ਉਹੋ ਹੀ ਅੰਮ੍ਰਿਤ ਵੇਲਾ ਹੈ। ਤੇ ਇਸ ਤਰ੍ਹਾਂ ਕਈ ਸਮਝ ਕਰਕੇ ਅੰਮ੍ਰਿਤ ਵੇਲੇ ਨੂੰ ਖੁਝਾ ਦੇਣ, ਉਹ ਗੱਲ ਨਹੀਂ ਸਹੀ। ਅੰਮ੍ਰਿਤ ਵੇਲਾ ਵੀ ਸਾਰੇ ਸਮਿਆਂ ਵਿੱਚੋਂ ਵੀ ਉਹਦਾ ਨਿਰਣਾ ਕਰਕੇ ਮਹਾਰਾਜ ਦੱਸਿਆ ਕਿ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਇਸ ਤਰ੍ਹਾਂ ਮਹਾਰਾਜ ਜੀ ਨੇ ਆਗਿਆ ਕੀਤੀ ਹੈ। ਤੋ ਸਤਿਗੁਰੂ ਕਹਿੰਦੇ ਸਿੱਧੋ ਅੰਮ੍ਰਿਤ ਵੇਲੇ ਉੱਠ ਕਰਕੇ ਸੱਚੇ ਨਾਮ ਦਾ ਜਿਹੜਾ ਹੈ ਉਚਾਰਨ ਕਰਨਾ। ਮਹਾਰਾਜ ਸੱਚਾ ਨਾਮ ਕਿਵੇਂ ਉਚਾਰਨ ਕਰੀਦਾ, ਤਾਂ ਹਜੂਰ ਕਹਿੰਦੇ ਹਨ ਵਡਿਆਈ ਵਿਚਾਰ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰਨੀ। ਤੇ ਮਹਾਰਾਜ ਤੁਸੀਂ ਇੰਨੇ ਕਿਰਪਾਲੂ ਹੋ, ਇੰਨੇ ਦਿਆਲੂ ਹੋ, ਅਕਿਰਤ ਕਣਾ ਹਰ ਪਾਲ ਦਾ
ਮਹਾਰਾਜ ਸਾਨੂੰ ਅਕਿਰਤ ਘਣਾ ਨੂੰ ਪਾਲਦੇ ਹੋ, ਪਹਿਨਣ ਨੂੰ ਵਸਤਰ ਦਿੰਦੇ ਹੋ, ਖਾਣ ਨੂੰ ਰੋਟੀ ਦਿੰਦੇ ਹੋ। ਸਾਨੂੰ ਤਾਂ ਚਾਹੀਦਾ ਨਾ ਕਿ ਸਵਾਸ ਸਵਾਸ ਨਾਮ ਜਪੀਏ, ਪਰ ਮਹਾਰਾਜ ਭੁੱਲ ਜਾਂਦੇ ਆ, ਫਿਰ ਤੁਸੀਂ ਸਾਨੂੰ ਦਈ ਜਾਂਦੇ ਹੋ। ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਨੀ ਕਿੱਡਾ ਵਿਸ਼ਾਲ ਹੈ, ਕਿੱਡਾ ਮਹਾਨ ਹੈ। ਇੰਨੀ ਸ਼ਕਤੀ ਦੇ ਹੁੰਦਿਆਂ ਹੋਇਆਂ ਵੀ ਤਿਲ ਜਿੰਨੀ ਤਮਾ ਨਹੀਂ ਹੈ ਪਰਮੇਸ਼ਰ ਦੇ ਅੰਦਰ। ਸਾਡੇ ਕੋਲ ਥੋੜੀ ਜੀ ਸ਼ਕਤੀ ਆ ਜੇ, ਹੰਕਾਰ 'ਚ ਹੀ ਨਹੀਂ ਮਿਆਉਂਦਾ ਮਨ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੀਆਂ ਵਡਿਆਈਆਂ ਦੀ ਵਿਚਾਰ ਕਰਨੀ। ਇਹ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਵਾਹਿਗੁਰੂ ਦੀ ਵਡਿਆਈਆਂ ਦੀ ਵਿਚਾਰ ਹੈ ਕਿ ਵਾਹਿਗੁਰੂ ਜੀ ਕਿੰਨੇ ਮਹਾਨ ਨੇ। ਉਹਨਾਂ ਦੀ ਮਹਾਨਤਾਈ ਵੀ ਆਪਾਂ ਸੰਪੂਰਨ ਤੌਰ ਤੇ ਥੋੜ੍ਹੋ ਜਾਣ ਸਕਦੇ ਹਾਂ, ਪਰ ਫਿਰ ਵੀ ਵਾਹਿਗੁਰੂ ਦੀਆਂ ਵਡਿਆਈਆਂ ਗਾਉਣੀਆਂ, ਮਹਾਰਾਜ ਸੱਚੇ ਪਾਤਸ਼ਾਹ ਦੇ ਜਸ ਨੂੰ ਗਾਉਣਾ। ਸਤਿਗੁਰੂ ਜੀ ਕਹਿੰਦੇ ਇਹ ਬੋਲ ਜਿਹੜੇ ਆ ਨਾ ਮੁਖ ਤੋਂ ਬੋਲਣੇ ਚਾਹੀਦੇ ਆ, ਵਾਹਿਗੁਰੂ ਦਾ ਨਾਮ ਉਚਾਰਨ ਕਰਨਾ ਚਾਹੀਦਾ ਹੈ। ਮਹਾਰਾਜ ਨੇ ਕਿਹਾ ਬੋਲ ਹਰ ਨਾਮ ਸਫਲ ਸਾ ਕਰੀ। ਉਹ ਘੜੀ ਤੇਰੀ ਸਫਲ ਹੋ ਜਾਵੇਗੀ ਜਦੋਂ ਤੂੰ ਹਰੀ ਨਾਮ ਆਪਣੇ ਮੁਖ ਤੋਂ ਬੋਲੇਗਾ। ਵਾਹਿਗੁਰੂ ਜਦੋਂ ਉਚਾਰਨ ਕਰੇਗਾ, ਉਹ ਲਮਹਾ, ਉਹ ਘੜੀਆਂ, ਉਹ ਪਲ ਤੇਰੇ ਸਫਲੇ ਹੋ ਜਾਣਗੇ। ਇਸ ਕਰਕੇ ਮਹਾਰਾਜ ਨੇ ਕਿਹਾ ਸਿੱਧੋ ਵਾਹਿਗੁਰੂ ਜੀ ਦੀ ਜੇ ਪ੍ਰਸੰਨਤਾ ਲੈਣੀ ਹੈ, ਕਿਹਾ ਨਾ ਮਹਾਰਾਜ ਕਿਹੜੇ ਬੋਲ ਬੋਲੀਏ ਜਿਨ੍ਹਾਂ ਬੋਲਾਂ ਨੂੰ ਸੁਣ ਕਰਕੇ ਵਾਹਿਗੁਰੂ ਜੀ ਸਾਡੇ ਨਾਲ ਪਿਆਰ ਕਰਨ ਲੱਗ ਜਾਣ। ਤਾਂ ਮਹਾਰਾਜ ਕਿਹਾ ਅੰਮ੍ਰਿਤ ਵੇਲੇ ਉੱਠ ਕਰਕੇ ਫਿਰ ਨਾਮ ਜਪੀਏ। ਜੇ ਅੰਮ੍ਰਿਤ ਵੇਲੇ ਉੱਠ ਕਰਕੇ ਆਪਣੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਬੋਲੀਏ ਨਾ, ਤਾਂ ਮਹਾਰਾਜ ਫਿਰ ਸਾਡੇ ਨਾਲ ਪਿਆਰ ਕਰਨ ਲੱਗ ਜਾਂਦੇ ਹੈ। ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਨ ਨਾਲ ਮਹਾਰਾਜ ਸਾਹਿਬ ਜੀ ਸਾਡੇ ਨਾਲ ਪਿਆਰ ਕਰਨ ਲੱਗ ਜਾਂਦੇ ਹੈ। ਤੇ ਜਿਹਨੂੰ ਵਾਹਿਗੁਰੂ ਜੀ ਪਿਆਰ ਕਰਨ, ਮਹਾਰਾਜ ਨੇ ਕਿਹਾ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਉਹ ਸਾਰੇ ਹੀ ਫਿਰ ਦੁਨੀਆ ਹੀ ਉਹਦੇ ਨਾਲ ਪਿਆਰ ਕਰਨ ਲੱਗ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਸਦੋ ਅੰਮ੍ਰਿਤ ਵੇਲੇ ਉੱਠ ਕਰਕੇ ਸੱਚੇ ਨਾਮ ਦਾ ਆਵਾਹਨ ਕਰਨਾ, ਵਾਹਿਗੁਰੂ ਦੀਆਂ ਵਡਿਆਈਆਂ ਦੀ ਵਿਚਾਰ ਕਰਨੀ। ਸਾਰੇ ਹੀ ਸਾਧਨ ਜਿਹੜੇ ਉਹ ਥੱਲੇ ਰਹਿ ਜਾਂਦੇ। ਐਡਾ ਵੱਡਾ ਸਾਧਨ ਹੈ ਗੁਰਮਤਿ ਵਿੱਚ ਹਜੂਰ ਦਾ ਦੱਸਿਆ ਹੋਇਆ, ਕਰਮੀ ਆਵੈ ਕੱਪੜਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਇਹ ਦੇਹ ਰੂਪੀ ਕੱਪੜਾ ਜਿਹੜਾ ਨਾ ਸਿੱਧੋ ਇਹ ਕਰਮਾਂ ਨਾਲ ਪ੍ਰਾਪਤ ਹੋਇਆ ਹੈ। ਜਿਹੜੇ ਜੀਵ ਸ਼ੁਭ ਕਰਮ ਕੀਤੇ ਹਨ, ਉਹਨਾਂ ਸ਼ੁਭ ਕਰਮਾਂ ਦੇ ਕਰਨੇ ਕਰਕੇ ਮਹਾਂਪੁਰਖ ਜ਼ਿਕਰ ਕਰਿਆ ਕਰਦੇ ਸੀ ਕਥਾ ਦੇ ਵਿੱਚ ਭਈ ਜਿੰਨੀਆਂ ਬੋੜ ਨੂੰ ਗੋਲਾਂ ਲੱਗੀਆਂ ਹੁੰਦੀਆਂ, ਇੰਨੇ ਚੰਗੇ ਕਰਮ ਕੀਤੇ ਹੋਣ ਤੇ ਮਨੁੱਖਾ ਦੇਹ ਪ੍ਰਾਪਤ ਹੁੰਦੀ ਹੈ। ਤੇ ਗੋਲਾਂ ਵਿੱਚ ਜਿੰਨੇ ਬੀਜ ਨੇ, ਜੇ ਉਹ ਨਿੱਕੇ ਨਿੱਕੇ ਬੀਜ ਹੁੰਦੇ ਆ ਖਸਖਸ ਦੇ ਦਾਣੇ ਤੋਂ ਵੀ ਬਰੀਕ, ਜੇ ਇੰਨੇ ਚੰਗੇ ਕਰਮ ਕੀਤੇ ਹੋਣ ਤਾਂ ਫਿਰ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਘਰ ਵਿੱਚ ਜਨਮ ਪ੍ਰਾਪਤ ਹੁੰਦਾ ਹੈ, ਸਤਿਗੁਰੂ ਦੀ ਸਿੱਖੀ ਮਿਲਦੀ ਹੈ, ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇੰਨੇ ਚੰਗੇ ਕਰਮ ਕੀਤੇ ਹੋਣ ਤਾਂ ਮਹਾਰਾਜ ਕਿਹਾ ਵੀ ਜਿਹੜੇ ਸ਼ੁਭ ਕਰਮ ਕੀਤੇ ਆ ਨਾ ਜੀਆਂ ਨੇ, ਕਰਮੀ ਆਵੈ ਕੱਪੜਾ। ਇਹ ਦੇਹ ਰੂਪੀ ਕੱਪੜਾ ਉਹਨਾਂ ਕੋਲ ਆਉਂਦਾ, ਭਾਵ ਫਿਰ ਉਹਨਾਂ ਨੂੰ ਪ੍ਰਾਪਤ ਹੁੰਦਾ। ਮਹਾਰਾਜ ਦੇਹ ਦੇ ਦਿੰਦੇ ਆ ਭਈ ਜਾਂ ਭਜਨ ਕਰ ਲੈ, ਨਾਮ ਜਪ ਲੈ, ਆਪਣੇ ਆਪ ਨੂੰ ਸਫਲਿਆਂ ਕਰ ਲੈ, ਇਸ ਕਰਮ ਚੱਕਰ ਚੋਂ ਬਾਹਰ ਆ ਜਾ, ਕਾਲ ਦੀ ਗ੍ਰਿਫਤ ਚੋਂ ਬਾਹਰ ਆ ਜਾ। ਇਹ ਮਹਾਰਾਜ ਦੇਹ ਇਸ ਕਰਕੇ ਦਿੰਦੇ, ਸ਼ੁਭ ਕਰਮਾਂ ਦੇ ਕਰਨੇ ਕਰਕੇ ਜਿਹੜੀ ਇਹ ਦੇਹੀ ਹੈ ਇਹ ਪ੍ਰਾਪਤ ਹੁੰਦੀ ਹੈ। ਨਦਰੀ ਮੋਖ ਦੁਆਰ। ਪਰ ਮਹਾਰਾਜ ਦੀ ਮਿਹਰ ਦੀ ਨਿਗਾਹ ਨਾਲ ਫਿਰ ਮੋਕਸ਼ ਦਾ ਦੁਆਰਾ ਪ੍ਰਾਪਤ ਹੁੰਦਾ ਹੈ, ਜੀਵ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਜਦੋਂ ਵਾਹਿਗੁਰੂ ਜੀ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਦਿੰਦੇ। ਜਦੋਂ ਕੋਈ ਰਾਜੇ ਦੇ ਸਾਹਮਣੇ ਖਲੋ ਕਰਕੇ ਉਹਨਾਂ ਦੀ ਉਸਤਤ ਕਰਦਾ ਹੈ ਤਾਂ ਰਾਜੇ ਦੀ ਨਿਗਾਹ ਪੈ ਹੀ ਜਾਂਦੀ ਹੈ ਨਾ। ਐਵੇਂ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਦੀ ਜਿਹੜੀ ਵਡਿਆਈ ਕਰਨੀ ਹੈ ਨਾ, ਅੰਮ੍ਰਿਤ ਵੇਲੇ ਉੱਠ ਕਰਕੇ ਨਾਮ ਦਾ ਜਿਹੜਾ ਜਪਣਾ ਹੈ, ਸਿੱਧੋ ਫਿਰ ਵਾਹਿਗੁਰੂ ਦੀ ਨਿਗਾਹ ਪੈਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਦੀ ਜਦੋਂ ਮਿਹਰ ਦੀ ਦ੍ਰਿਸ਼ਟੀ ਪੈਂਦੀ ਹੈ, ਫਿਰ ਜੀਵ ਦੇ ਕਰਤਾ ਭੁਗਤਾ ਦੇ ਸਭ ਬੰਧਨ ਟੁੱਟ ਜਾਂਦੇ ਆ, ਸਭ ਔਗਣਾ ਵਿਕਾਰਾਂ ਦੇ ਬੰਧਨ ਟੁੱਟ ਜਾਂਦੇ ਆ। ਮਨ ਉਸ ਸਮੇਂ ਆਜ਼ਾਦ ਹੋ ਜਾਂਦਾ, ਗਲ ਵਿੱਚ ਪਈ ਹੋਈ ਫਾਹੀ ਲੱਥ ਜਾਵੇ, ਪੈਰਾਂ ਵਿੱਚ ਪਈਆਂ ਬੇੜੀਆਂ, ਹੱਥਾਂ ਵਿੱਚ ਪਈਆਂ ਹੱਥ ਕੜੀਆਂ ਲੱਥ ਜਾਣ
ਤੇ ਕੈਦੀ ਨੂੰ ਕਿਵੇਂ ਸੁੱਖ ਹੁੰਦਾ ਹੈ ਜੇਲ੍ਹ ਵਿੱਚੋਂ ਆਜ਼ਾਦ ਹੋ ਕਰਕੇ। ਇਸ ਤਰ੍ਹਾਂ ਮਹਾਰਾਜ ਨੇ ਕਿਹਾ ਨਾਮ ਦੇ ਜਪਣੇ ਕਰਕੇ ਵਾਹਿਗੁਰੂ ਦੀ ਖੁਸ਼ੀ ਹੁੰਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪਣੀ ਮਿਹਰ ਦੀ ਨਿਗਾਹ ਕਰਦੇ ਹੈ ਤੇ ਮਹਾਰਾਜ ਨੇ ਕਿਹਾ ਇਸ ਪ੍ਰਕਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਜਿਹੜਾ ਮੋਕਸ਼ ਦਾ ਦੁਆਰਾ ਹੈ ਇਹ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਨਾਲ ਪ੍ਰਾਪਤ ਹੁੰਦਾ ਹੈ। ਜੀਵ ਆਵਾ ਗਾਉਣ ਤੇ ਚੱਕਰ ਤੋਂ ਫਿਰ ਨਿਕਲ ਜਾਂਦੇ ਹਨ, 84 ਲੱਖ ਜੂਨ ਤੋਂ ਛੁੱਟ ਜਾਂਦੇ ਹਨ। ਨਾਨਕ ਏਵੈ ਜਾਣੀਐ। ਸਤਿਗੁਰੂ ਗਰੀਬ ਨਵਾਜ ਕਹਿੰਦੇ ਇਸ ਤਰ੍ਹਾਂ ਕਰਕੇ ਸਿੱਧੋ ਭਾਈ ਜਾਣਨਾ ਕਰੋ। ਸਭ ਆਪੇ ਸਚਿਆਰ। ਉਹ ਸਚਿਆਰ ਪਰਮੇਸ਼ਰ ਸਭ ਕੁਝ ਆਪ ਹੀ ਹੈ। ਗਰੀਬ ਨਵਾਜ ਕਹਿੰਦੇ ਨੇ ਉਹ ਸਦਾ ਵਾਸਤੇ ਸਤ ਸਰੂਪ ਹੈ ਤੇ ਆਪਣੇ ਆਪ ਤੋਂ ਆਪ ਹੈ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਕੱਲ ਨੂੰ ਸੰਖੇਪ ਰੂਪ ਵਿੱਚ ਅਰਥ ਫੇਰ ਸਰਵਣ ਕਰਾਂਗੇ। ਤੋ ਅੱਜ ਇੱਥੇ ਹੀ ਸਮਾਪਤੀ ਹੈ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਆਗਨਾਸ। हे पूरन हे सर्ब मैं दुख भंजन गुणतास। हे संगी हे निरंकार हे निर्गुण सब टेक। हे गोबिंद हे गुण निदान जाकै सदा विवेक। हे अपरंपर हर हरे हह पी होवन हार। हे संतह कै सदा संग निदारा आधार। हे ठाकुर हूँ दासरो मैं निर्गुण गुण नहीं कोय। नानक दीजै नाम दान राखो हिया परोए। आए प्रभ शरणागति कृपा निध दयाल। एक अखर हर मन वस्तु नानक होत निहाल। वाहिगुरु नाम जहाज है चढ़े सो उतरे पार। जो शरधा कर सेमंदे गुर पार उतारन हार। जो शरधा कर सेमंदे गुर पार उतारन हार। वाहिगुरु जी का खालसा वाहिगुरु जी की फतेह। तू ठाकुर तुम